चल रही गुरबाणी शब्द की जो विचार है, जो गुर किरपा द्वारा आप सारे रल मिल के करते हाँ, जिन्नी कु सोझी गुरबाणी बख्शदी है उन्नी कु विचार की जाती है। अज का जो साहिब का फरमान है, जिसकी विचार आप सारे रल मिल के करांगे। पातशाह कहते गावै है मोहनिया मन मोहन, सुरगा मछ प्याले। मोहत करन वाली सुंदर आवाज़ां जो असी सुनते रहते हैं, बेअंत हन गाउण वाले जिन्होंने रागी भी आख देंदे है। असी भी कुछ ना कुछ गा रहे हाँ। गुरबाणी च गाउण दी मनाही नहीं, सगों गुरबाणी दे अंदर सही तरीके नाल गाउण बारे दस्सिਆ है। जिवें पातशाह ने गुरबाणी दे अंदर दर्ज कीता है कि कोई गावै रागी नादी बेदी बहु भांत कर, नहीं हर हर भीजै राम राज। हुण गा तां ये भी रहे ने। पातशाह कहते जिन्ना अंतर कपट विकार है, तिना रोए क्या कीजै। सो किसी नूं उसदी सही कमी दसनी कोई निंदिया नहीं होंदी जां तर्क नहीं होंदी। उस गल ते विचार हे मेरे मना जरूर करनी चाहिदी है। गाव है मोहनिया मन मोहन, कि ऐसा कुछ गाउणा चाहिए जिस दे गाउण दे नाल कि जिहड़ा साडा मन है वो मोहिया जाए। मन उस गाउण ते मोहत हो जाए, भाव के उहदे अनुसारी हो जाए, उहदे हुक्म विच आ जाए, उहदे भाणे विच आ जाए। वैसा गाउणा की है? वो है सच। वो है सब तो श्रेष्ठ सुग्यान। वो है मन का अपना सुग्यान, मन का अपने आप की पूर्ण जानकारी। जदों असी किसी नूं उहदे बारे सही जानकारी दईए तो बंदा खुश होंदा है। इसे तरह ही जदों गुरबाणी तो मन अपने आप की सही जानकारी लैण लग जाता है तो मोहत हो जाता है। ਇਹਦੇ अंदर खुशी आ जाती है, विगास आ जाता है, खेड़ा आ जाता है कि मैनू असलीयत बारे पता लग गया। गा वही मोहनी आ मन मोहन। वो फिर जो दूसरे नाल विचार करदा उसके मन नूं भी लगता भी वाकई गल सही है, उसका मन भी उस गल वल प्रेरित हुंदा है। सुरगा मछ प्याले। सुरगा हुंदा बहुत लोगों की इच्छा हुंदी है कि स्वर्ग विच वसण की, जो पुरातन साखियां विचों सुरगां की महिमा सुनी हुई है, वो इसे इच्छा मुताबक गाउंदे रहिंदे हन, नाम जपदे रहिंदे हन कि सानूं स्वर्ग मिलेगा। पर गुरबाणी ने ऐसे स्वर्ग नूं रद्द कीता, असली स्वर्ग की गल दसी। जिवें पातशाह कहंदे है, नरक सुरग क्या करे विचारा, संतन दो राधे। कि नरक ते स्वर्ग
ਦੋ ਚੀਜ਼ਾਂ ਨੇ। ਪਾਤਸ਼ਾਹ ਕਹਿੰਦੇ ਕਿਆ ਕਰੇ ਵਿਚਾਰਾ, ਵੀ ਉਹਦੀਆਂ ਕੀ ਵਿਚਾਰਾਂ ਕਰਦੇ ਹੋ ਤੁਸੀਂ? ਜਿਹੜੀ ਚੀਜ਼ ਹੈ ਹੀ ਨਹੀਂ ਉਹਦੀ ਵਿਚਾਰ ਕਰਨ ਦਾ ਕੀ ਫਾਇਦਾ ਹੈ? ਸੰਤਨ ਦੋ ਇਰਾਦੇ, ਜਿਹੜੇ ਗੁਰਮੁਖ ਨੇ, ਸੱਚਖੰਡ ਵਾਸੀ ਨੇ, ਉਹਨਾਂ ਨੇ ਤਾਂ ਦੋਨੇ ਚੀਜ਼ਾਂ ਰੱਦ ਕੀਤੀਆਂ ਨੇ। ਉਹ ਕਹਿੰਦੇ ਵੀ ਸਾਡਾ ਦੋਨੇ ਚੀਜ਼ਾਂ ਨਾਲ ਕੋਈ ਸੰਬੰਧ ਨਹੀਂ। ਹੁਣ ਬੜੀ ਵੱਡੀ ਗੱਲ ਹੈ ਕਿ ਨਰਕ ਤੋਂ ਤਾਂ ਚਲੋ ਬਚਣਾ ਚਾਹੀਦਾ, ਸਵਰਗ ਤੋਂ ਵੀ ਬਚਣ ਦੀ ਮਨਾਹੀ ਹੈ। ਹਰ ਇੱਕ ਬਚਨ ਗੁਰਬਾਣੀ ਦੇ ਵਿੱਚ ਬੁਝਾਰਤ ਪਿਆ। ਹਰ ਇੱਕ ਬਚਨ ਬਹੁਤ ਜ਼ਿਆਦਾ ਧਿਆਨ ਮੰਗਦਾ ਹੈ। ਹਰ ਇੱਕ ਬਚਨ ਬਹੁਤ ਬਰੀਕੀ ਦੀ ਸਮਝ ਮੰਗਦਾ ਹੈ। ਤਾਂ ਕਿਤੇ ਪਤਾ ਲੱਗਦਾ ਗੁਰਬਾਣੀ 'ਚ ਪਾਤਸ਼ਾਹ ਅਸਲੀਅਤ 'ਚ ਕਹਿਣਾ ਕੀ ਚਾਹੁੰਦੇ ਸੀ। ਹੁਣ ਇਹ ਦੋਨਾਂ ਨੂੰ ਤਾਂ ਰੱਦ ਕਰਦੇ ਆ, ਫਿਰ ਤੀਸਰੀ ਚੀਜ਼ ਕੀ ਹੈ? ਪਾਤਸ਼ਾਹ ਕਹਿੰਦੇ ਨਾ ਨਰਕ ਹੈ ਨਾ ਸਵਰਗ ਹੈ, ਸੁਰਗ ਹੈ। ਪਰ ਹੁਣ ਪ੍ਰਚਲਿਤ ਇਹੀ ਚੱਲਦੀਆਂ ਨੇ ਗੱਲਾਂ, ਹਰ ਇੱਕ ਮਤ ਦੇ ਅੰਦਰ ਚੱਲਦੀਆਂ ਨੇ। ਸ਼ਬਦ ਨੇ ਜੰਨਤ, ਦੋਜ਼ਖ, ਪਰ ਗੁਰਬਾਣੀ ਇਸ ਗੱਲ ਨੂੰ ਰੱਦ ਕਰ ਰਹੀ ਹੈ। ਫਿਰ ਅਸਲੀ ਸੁਰਗ ਤੇ ਨਰਕ ਵੀ ਦੱਸਦੀ ਹੈ। ਹੁਣ ਅਸਲੀ ਸੁਰਗ ਕੀ ਹੈ? ਪਾਤਸ਼ਾਹ ਕਹਿੰਦੇ ਜੇ ਸੁੱਖ ਕੋ ਚਾਹੇ ਸਦਾ, ਵੀ ਸਦਾ ਲਈ ਸੁਰਗ ਚਾਹੁੰਦਾ ਤੂੰ ਤਾਂ ਫਿਰ ਕੀ ਕਰ? ਸਰਣ ਰਾਮ ਕੀ ਲੈ। ਹੁਣ ਰਾਮ ਦੀ ਸਰਣ ਵਿੱਚ ਰਹਿਣਾ ਹੀ ਸੁਰਗ ਹੈ, ਤੇ ਜੇ ਮਨ ਰਾਮ ਦੀ ਸਰਣ ਵਿੱਚ ਨਹੀਂ ਫਿਰ ਨਰਕ ਹੈ। ਹੁਣ ਜਿਹੜਾ ਸਰੀਰ ਛੱਡ ਕੇ ਜੋਤ ਨੇ, ਆਤਮਾ ਨੇ ਸੁਰਗ ਤੇ ਨਰਕ ਭੋਗਣਾ ਸੀ, ਉਹ ਰੱਦ ਕੀਤਾ ਹੈ। ਐਸ਼ ਸਰੀਰ ਦੇ ਅੰਦਰ ਰਹਿੰਦਿਆਂ ਜੇ ਸਾਡਾ ਮਨ ਰਾਮ ਦੀ ਸਰਣ ਵਿੱਚ ਚਲਾ ਜਾਵੇ, ਹੁਣ ਜਾਣਾ ਤਾਂ ਰਾਮ ਦੀ ਸਰਣ 'ਚ ਹੈ। ਹੁਣ ਰਾਮ ਸ਼ਬਦ ਤੋਂ ਤਾਂ ਸਿੱਖ ਮੱਤ ਵਾਲਿਆਂ ਨੂੰ ਅਲਰਜੀ ਹੈ। ਉਹ ਤਾਂ ਗੁੱਸਾ ਕਰਦੇ ਆ ਵੀ ਇਹ ਤਾਂ ਜੀ ਹਿੰਦੂਆਂ ਦਾ ਮੰਤਰ ਹੈ। ਜੇ ਕੋਈ ਗੁਰਦੁਆਰੇ ਰਾਮ ਰਾਮ ਦਾ ਜਾਪ ਕਰਨ ਲੱਗ ਜਾਵੇ, ਰਾਮ ਰਾਮ ਬਾਰੇ ਦੱਸਣ ਲੱਗ ਜਾਵੇ, ਤਾਂ ਉਹ ਕਹਿੰਦੇ ਵੀ ਇਹ ਤਾਂ ਹਿੰਦੂ ਮਤ ਦਾ ਪ੍ਰਚਾਰ ਕਰਦੇ ਆ। ਪਰ ਇੱਥੇ ਹੁਣ ਪਾਤਸ਼ਾਹ ਲਿਖਦੇ ਆ ਵੀ ਸੌਖੀ ਸਰਨ ਉਹਦੀ ਵਿੱਚੋਂ ਮਿਲਦਾ। ਫਿਰ ਉਹ ਕਿਹੜਾ ਰਾਮ ਹੈ? ਉਹ ਹੈ ਸਾਡਾ ਆਪਣਾ ਮੂਲ। ਉਸ ਤੋਂ ਬਿਨਾਂ ਨਰਕ ਹੀ ਹੈ ਜਿਹੜਾ ਚਿੰਤਾ ਵਿੱਚ ਰਹਿਣਾ। ਜਿੰਨਾ ਚਿਰ ਅੰਦਰ ਚਿੰਤਾ ਹੈ, ਸਰਨ ਨਹੀਂ, ਉਨਾ ਚਿਰ ਨਰਕ ਹੈ। ਚਾਹੇ ਸੰਸਾਰੀ ਤੌਰ ਤੇ ਸਾਡੇ ਅੰਦਰ ਇੱਛਾ ਚੰਗੀ ਵੀ ਹੈ, ਤਾਂ ਵੀ ਅਸੀਂ ਨਰਕ ਹੀ ਭੋਗਦੇ ਹਾਂ। ਕਿਉਂਕਿ ਉਹ ਜਿਹੜੀ ਸੰਸਾਰੀ ਇੱਛਾ ਸਾਡੇ ਅੰਦਰ ਚੰਗੀ ਹੈ, ਉਹ ਕਿਸੇ ਵੇਲੇ ਚਿੰਤਾ ਦਾ ਕਾਰਨ ਬਣ ਜਾਣਾ ਉਹਨੇ। ਸਾਡਾ ਚੰਗਾ ਕੀਤਾ ਹੋਇਆ ਸੰਸਾਰ 'ਚ ਵੀ ਸਾਡੇ ਲਈ ਦੁਖਦਾਇਕ ਬਣ ਜਾਂਦਾ ਹੈ। ਇਸੇ ਕਰਕੇ ਬਹੁਤ ਬਰੀਕੀ ਨਾਲ ਸਮਝ ਕੇ ਚੱਲਣਾ ਪੈਂਦਾ ਗੁਰਮਤਿ ਦੇ ਅੰਦਰ। ਸਾਡੇ ਸੰਸਾਰੀ ਤੌਰ ਤੇ ਸੁੱਖ ਨੇ ਜਿਹੜੇ, ਉਹ ਵੀ ਦੁੱਖ ਦਾ ਕਾਰਨ ਨੇ। ਉਹਨਾਂ ਵਿੱਚ ਵੀ ਚਿੰਤਾ ਹੈ। ਜਿੱਥੇ ਚਿੰਤਾ ਫਿਰ ਉੱਥੇ ਸੁੱਖ ਥੋੜ੍ਹਾ ਹੁੰਦਾ ਹੈ। ਸੋ ਜਿਹੜੀ ਨਿਰਾਕਾਰੀ ਇੱਛਾ ਹੁੰਦੀ ਹੈ, ਉਹਦੇ ਵਿੱਚ ਚਿੰਤਾ ਨਹੀਂ ਹੁੰਦੀ, ਕਿਉਂਕਿ ਹੁਕਮ ਹੀ ਇਸ ਤਰ੍ਹਾਂ ਦਾ ਹੈ। ਤਾਂ ਹੀ ਪਾਤਸ਼ਾਹ ਨੇ ਲਿਖਿਆ ਚਿੰਤਾ ਤਾਂ ਕੀ ਕੀਜੀ ਹੈ, ਜੇ ਅਣਹੋਣੀ ਹੋਏ। ਵੀ ਅਣਹੋਣੀ ਚੀਜ਼ ਤਾਂ ਕੋਈ ਹੋ ਨਹੀਂ ਰਹੀ, ਹੋ ਤਾਂ ਉਹੀ ਰਿਹਾ ਜੋ ਉਹਦਾ ਹੁਕਮ ਹੈ, ਭਾਣਾ ਹੈ, ਵਰਤ ਰਿਹਾ। ਇਹ ਚਿੰਤਾ ਕਾਹਦੇ ਵਾਸਤੇ? ਅਸਲ ਵਿੱਚ ਜਿਹੜਾ ਸੁਰਗ ਹੈ ਉਹ ਕੀ ਹੈ? ਉਹ ਸਾਡਾ ਜਿਹੜਾ ਆਕਾਸ਼ ਤੱਤ ਹੈ, ਉਹ ਸੁਰਗ ਹੈ। ਔਰ ਸੁਰਗ ਦੇ ਅੰਦਰ ਬੇਅੰਤ ਜੀਵ ਨੇ। ਆਕਾਸ਼ ਤੱਤ ਨਾਲ ਗੁਰਮੁਖ ਬਥੇਰੇ ਨੇ ਜੁੜੇ ਹੋਏ ਨੇ। ਉਹ ਗਾਉਂਦੇ ਰਹਿੰਦੇ ਆ। ਉਹ ਹੁਕਮ ਵਿੱਚ ਆਪਣੀ ਸੁਰਤ ਨੂੰ ਬਹੁਤ ਉੱਚੀ ਲੈ ਕੇ ਜਾਂਦੇ ਆ। ਤੇ ਮੱਛ, ਪਿਆਲੇ, ਪਤਾਲ ਦੇ ਅੰਦਰ ਵੀ ਬਥੇਰੇ ਜੀਵ ਨੇ ਜਿਹੜੇ ਗਾ ਰਹੇ ਨੇ। ਹੁਣ ਮੱਛ ਕੀ ਹੈ?
ਮੱਛੀ ਕੀ ਹੈ ਬੁੱਧੀ ਸਾਡੀ ਸੁਰਤ, ਪਿਆਲੇ ਕੀ ਹੈ ਹਿਰਦਾ। ਉਹ ਹਿਰਦੇ ਦੇ ਅੰਦਰ ਜਾਂਦੀ ਹੈ, ਸਮਝਦੀ ਹੈ, ਵਿਚਾਰਦੀ ਹੈ, ਆਕਾਸ਼ ਨਾਲ ਜੁੜ ਕੇ ਫਿਰ ਉਹ ਦੁਬਾਰਾ ਸਮਝਾਉਂਦੀ ਵੀ ਹੈ। ਆਪ ਜਪੈ ਅਵਰਾ ਨਾਮ ਜਪਾਵੈ। ਆਪ ਪਹਿਲਾਂ ਸਮਝਦੀ ਹੈ, ਫਿਰ ਦੂਜਿਆਂ ਨੂੰ ਸਮਝਾਉਂਦੀ ਵੀ ਹੈ। ਮਨੁੱਖੀ ਜੂਨੀ ਵਿੱਚ ਵੀ ਬਥੇਰੇ ਹਨ ਜੋ ਸੰਸਾਰੀ ਦ੍ਰਿਸ਼ਟੀ ਤੋਂ ਨੀਵੇਂ ਲੋਕ ਹਨ। ਉਹ ਬਾਹਰੀ ਤੌਰ ਤੇ ਪਤਾਲ ਮੰਨਦੇ ਆ ਵੀ ਇਹ ਧਰਤੀ ਥੱਲੇ ਪਤਾਲ ਹੈ। ਜਿਨ੍ਹਾਂ ਦੀ ਸੁਰਤ ਬਹੁਤ ਨੀਵੀਂ ਹੈ, ਜਿਨ੍ਹਾਂ ਦੇ ਅੰਦਰ ਵਿਕਾਰ ਨੇ, ਵਾਸ਼ਨਾਵਾਂ ਨੇ, ਉਹ ਬਹੁਤ ਨੀਵੇਂ ਨੇ। ਗਾਉਂਦੇ ਉਹ ਵੀ ਨੇ, ਚੋਰ ਵੀ ਗਾਉਂਦੇ ਆ, ਵਿਕਾਰੀ ਲੋਕ ਵੀ ਗਾਉਂਦੇ ਆ, ਵਾਸ਼ਨਾ ਵਾਲੇ ਵੀ ਗਾਉਂਦੇ ਆ, ਪਰ ਉਹ ਸੱਚਖੰਡ ਦੀ ਦ੍ਰਿਸ਼ਟੀ ਤੋਂ ਬਹੁਤ ਮਲੀਨ ਨੇ, ਅਪਵਿੱਤਰ ਨੇ, ਸ਼ੁੱਧ ਨਹੀਂ ਗਿਣੇ ਜਾਂਦੇ। ਸੋ ਮਨੁੱਖੀ ਜੁਨੀ ਵਿੱਚ ਵੀ ਪਾਤਸ਼ਾਹ ਕਹਿੰਦੇ ਬਥੇਰੇ ਹਨ ਜੋ ਸੰਸਾਰੀ ਦ੍ਰਿਸ਼ਟੀ ਤੋਂ ਨੀਵੇਂ ਲੋਕ ਹਨ, ਪਰ ਉਹ ਵੀ ਗਾ ਰਹੇ ਹਨ ਹੁਕਮ ਨੂੰ, ਭਾਣੇ 'ਚ ਹਨ, ਹੰਕਾਰੀ ਨਹੀਂ। ਜੋ ਦੇਵੈ ਸੋ ਖਾਈ ਵਾਲੇ ਵੀ ਹਨ, ਐਸੇ ਲੋਕ ਵੀ ਹੈਗੇ। ਕੋਈ ਪਾਪ ਪੁੰਨ ਨੂੰ ਨਹੀਂ ਮੰਨਦੇ। ਸੰਸਾਰ ਵਿੱਚ ਬਹੁਤ ਲੋਕ ਇਹੋ ਜਿਹੇ ਨੇ, ਪਰ ਪਾਤਸ਼ਾਹ ਕਹਿੰਦੇ ਅਸਲੀ ਸੋਝੀ ਉਹਨਾਂ ਕੋਲ ਵੀ ਨਹੀਂ। ਅਸਲੀ ਗੱਲ ਤੋਂ ਉਹ ਵੀ ਵਾਂਝੇ ਰਹਿ ਜਾਂਦੇ। ਪਰ ਜੇ ਉਹ ਅਸਲੀ ਗੱਲ ਵੀ ਨਹੀਂ ਪ੍ਰਾਪਤ ਹੋਈ, ਫਿਰ ਵੀ ਸੰਸਾਰ ਦਾ ਬਹੁਤ ਕੁਝ ਉਹਨਾਂ ਨੇ ਤਿਆਗਿਆ ਹੋਇਆ। ਸੱਚਾਈ ਦੇ ਨੇੜੇ ਤੇੜੇ ਨੇ, ਸਰੀਰ ਛੁੱਟ ਜਾਂਦਾ ਹੁਕਮ ਅਨੁਸਾਰ, ਤਾਂ ਉਹਨਾਂ ਨੂੰ ਮੌਕਾ ਦੁਬਾਰਾ ਅਗਲੇ ਸਰੀਰ ਦੇ ਵਿੱਚ ਮਿਲ ਜਾਂਦਾ ਹੈ। ਛੇਤੀ ਉਹਨਾਂ ਨੂੰ ਫਿਰ ਅਗਲੇ ਜਨਮ ਦੇ ਵਿੱਚ, ਅਗਲੇ ਸਰੀਰ ਦੇ ਵਿੱਚ ਕਠਿਨਾਈ ਨਹੀਂ ਆਉਂਦੀ, ਹੋਰ ਗਹਿਰਾਈ ਤੱਕ ਜਾਣ ਦਾ ਮੌਕਾ ਮਿਲ ਜਾਂਦਾ ਹੈ। ਸੋ ਪਾਤਸ਼ਾਹ ਕਹਿੰਦੇ ਜਿੱਥੋਂ ਤੱਕ ਸਾਡੀ ਦ੍ਰਿਸ਼ਟੀ ਜਾਂਦੀ ਹੈ, ਜਿੱਥੋਂ ਤੱਕ ਅਸੀਂ ਲੋਕਾਂ 'ਚ ਵਿਚਰੇ ਆ, ਮਿਲੇ ਆ, ਸੋ ਗਾ ਸਾਰੇ ਹੀ ਰਹੇ ਨੇ, ਪਰ ਗਾ ਆਪੋ ਆਪਣੀ ਮਾਤਰਾ। ਬੇਅੰਤ ਹਨ ਜਿਹੜੇ ਉਹਦੇ ਹੁਕਮ ਵਿੱਚ ਗਾ ਰਹੇ ਨੇ। ਜਿਨ੍ਹਾਂ ਨੂੰ ਹੁਕਮ ਦੀ ਸੋਝੀ ਆ ਕੀ ਫਿਰ ਗਾਇਆ, ਜਿਵੇਂ ਪਾਤਸ਼ਾਹ ਕਹਿੰਦੇ ਜਬ ਦੇਖਾਂ ਤਬ ਗਾਵਾਂ, ਕਿ ਜਦੋਂ ਸੋਝੀ ਆਈ, ਪਤਾ ਲੱਗਿਆ ਵੀ ਆਹ ਹੁੰਦਾ ਗਾਉਣਾ, ਉਦੋਂ ਗਾਇਆ। ਸੱਚਖੰਡ ਵਿੱਚ ਪ੍ਰਵਾਨ ਹੈ। ਜਿੰਨਾ ਚਿਰ ਸੋਝੀ ਨਹੀਂ ਆਈ, ਆਪਣੀ ਮੱਤ ਦੇ ਅਨੁਸਾਰ ਗਾ ਰਿਹਾ, ਉਹਨਾਂ ਚਿਰ ਪ੍ਰਵਾਨ ਨਹੀਂ ਹੈ। ਬਸ ਗੱਲ ਪ੍ਰਵਾਨ ਤੇ ਅਪ ਪ੍ਰਵਾਨ ਹੋਣ ਦੀ ਹੈ। ਜੇ ਸੱਚਖੰਡ ਨੂੰ ਪਾਉਂਦਾ ਤਾਂ ਚੰਗੀ ਗੱਲ ਹੈ, ਜੇ ਸੱਚਖੰਡ ਨੂੰ ਨਹੀਂ ਪਾ ਰਿਹਾ ਤਾਂ ਚੰਗੀ ਗੱਲ ਨਹੀਂ। ਸੋ ਪਾਤਸ਼ਾਹ ਕਹਿੰਦੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਹੁਣ ਰਤਨ ਕੀ ਹੈ? ਹੁਣ ਰਤਨ ਵੀ ਗਾਉਂਦੇ ਆ। ਰਤਨ ਨੇ ਬੁੱਲੇ ਵਰਗੇ, ਬੁੱਲੇ ਸ਼ਾਹ ਫਕੀਰ ਹੋਇਆ, ਬੜੀ ਉੱਚੀ ਗੱਲ ਕਰਦਾ ਸੀ, ਪਰ ਉਹ ਰਤਨਾਂ 'ਚ ਗਿਣਿਆ ਗਿਆ। ਇਕਬਾਲ, ਗਿਰਦਰ ਕਵੀ, ਇਹ ਚੰਗੇ ਲਿਖਾਰੀ ਮੰਨੇ ਗਏ, ਜਿਨ੍ਹਾਂ ਨੇ ਕੁਝ ਤਾਂ ਸੱਚ ਕਿਹਾ, ਭਾਵੇਂ ਉਹ ਸੰਸਾਰੀ ਹੀ ਸੀ, ਪਰ ਸੰਸਾਰੀ ਸੱਚ ਕਹਿਣਾ ਵੀ ਬਹੁਤ ਔਖਾ ਹੈ। ਨਿਰਾਕਾਰੀ ਤਾਂ ਹੈ ਹੀ ਔਖਾ, ਸੰਸਾਰੀ ਸੱਚ ਕਹਿਣਾ ਵੀ ਕਿਸੇ ਹੱਦ ਤੱਕ ਔਖਾ ਹੈ। ਪਰ ਇਹਨਾਂ ਨੇ ਆਖਿਆ, ਪਰ ਕਿਤੇ ਜਾ ਕੇ ਸੰਸਾਰੀ ਸੱਚ ਕਹਿ ਕੇ ਮਾਫੀ ਵੀ ਮੰਗ ਗਏ, ਭੈ 'ਚ ਵੀ ਰਹਿ ਗਏ। ਜਿਹੜਾ ਗੁਰਮੁਖ ਹੁੰਦਾ ਉਹ ਕਦੇ ਮਾਫੀ ਨਹੀਂ ਮੰਗਦਾ, ਕਿਉਂਕਿ ਉਹ ਨਿਰਾਕਾਰੀ ਸੱਚ ਬੋਲਦਾ, ਪਰਮੇਸ਼ਰ ਵੱਲੋਂ ਬੁਲਾਇਆ ਬੋਲਦਾ। ਹੁਣ ਪਰਮੇਸ਼ਰ ਕਦੇ ਗਲਤ ਨਹੀਂ ਬੁਲਾ ਸਕਦਾ। ਸੋ ਸੰਸਾਰ ਦੇ ਅੰਦਰ ਵੀ ਬਹੁਤ ਹਨ, ਅੱਜ ਵੀ ਬਥੇਰੇ ਨੇ ਜਿਹੜੇ ਸੱਚੇ ਆ, ਉਹ ਮਨਮੱਤਾਂ ਨੂੰ ਨਹੀਂ ਮੰਨਦੇ।
ਭਾਵੇਂ ਪੂਰਨ ਬੁੱਧ ਨਹੀਂ ਉਹਨਾਂ ਦੇ ਕੋਲ, ਪਰ ਪਰਮੇਸ਼ਰ ਦਾ ਭੈ ਤਾਂ ਜ਼ਰੂਰ ਰੱਖਦੇ ਆ। ਇਹ ਸਾਰੇ ਹੋਰ ਵੀ ਹਨ ਜਿਹੜੇ ਰਤਨ ਗਿਣੇ ਜਾਂਦੇ ਆ। ਜਿਵੇਂ ਸੰਸਾਰੀ ਜਿਹੜਾ ਰਤਨ ਹੁੰਦਾ ਹੈ, ਪੱਥਰ ਹੁੰਦਾ ਹੈ, ਉਹ ਇੱਕ ਧਾਤ ਹੈ, ਉਹ ਕੀਮਤੀ ਹੈ। ਇਸੇ ਤਰ੍ਹਾਂ ਇਹਨਾਂ ਦੀਆਂ ਗੱਲਾਂ ਦੀ ਕੀਮਤ ਵੀ ਹੈ। ਇਹ ਵੀ ਤੇਰੇ ਹੀ ਉਹ ਪਾਏ ਹੋਏ ਨੇ। ਉਹਨਾਂ ਦੀਆਂ ਗੱਲਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਾਂਦੀਆਂ ਨੇ। ਬੁੱਲੇ ਸ਼ਾਹ ਦੀਆਂ ਕਾਫੀਆਂ ਪੜ੍ਹੀਆਂ ਜਾਂਦੀਆਂ ਨੇ। ਬੜੀਆਂ ਵੱਡੀਆਂ, ਆਮ ਬੰਦਾ ਨਹੀਂ ਉੱਡੀ ਗੱਲ ਕਰ ਸਕਦਾ। ਆਮ ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਕਰਦਾ, ਪਰ ਗੁਰਮੁਖਾਂ ਨਾਲ ਬੁੱਧੀ ਥੱਲੇ ਆ। ਬੀਰਬਲ ਨੂੰ ਲੋਕ ਬੜਾ ਸਿਆਣਾ ਮੰਨਦੇ ਆ, ਹਾਜ਼ਰ ਜਵਾਬੀ ਸੀ, ਪਰ ਗੁਰਮਤ ਤੋਂ ਥੱਲੇ ਸੀ। ਸੱਚਖੰਡ ਨੇ ਨਹੀਂ ਪ੍ਰਵਾਨ ਕੀਤਾ। ਸੰਸਾਰ ਚ ਮਹਿਮਾ ਹੋਰ ਵੀ ਬੇਅੰਤ ਵੱਡੇ ਵੱਡੇ ਤੁਲਸੀਦਾਸ ਵਰਗੇ ਸੰਸਾਰੀ ਲੋਕ ਵੱਡਾ ਮੰਨਦੇ, ਪਰ ਸੱਚਖੰਡ ਨੇ ਨਹੀਂ ਮੰਨਿਆ। ਗੱਲ ਸੱਚਖੰਡ ਦੇ ਮੰਨਣ ਦੀ ਹੈ ਕਿ ਉਹ ਕਿਹਨੂੰ ਵੱਡਾ ਮੰਨਦੇ ਆ। ਸੋ ਪਾਤਸ਼ਾਹ ਕਹਿੰਦੇ ਇਹ ਵੀ ਤੇਰੇ ਹੀ ਉਹ ਪਾਏ ਹੋਏ ਨੇ। ਇਹ ਵੀ ਸੋਝੀ ਤੂੰ ਉਹਨਾਂ ਨੂੰ ਦਿੱਤੀ ਹੈ। ਉਹਨਾਂ ਨੇ ਲੈਣੀ ਉਹ ਉਨੀ ਚਾਹੀ, ਉਹ ਅੱਗੇ ਵਧੇ ਨਹੀਂ। ਜਿਸ ਤੂੰ ਜਣਾਏ ਸੋਈ ਜਨ ਜਾਣਾ। ਹੁਕਮ ਪਿੱਛੇ ਪਰਮੇਸ਼ਰ ਦਾ ਹੀ ਕੰਮ ਕਰਦਾ। ਸੋ ਇਹ ਪਾਤਸ਼ਾਹ ਕਹਿੰਦੇ ਤੇਰੇ ਹੀ ਉਹ ਪਾਏ ਹੋਏ ਹਨ। ਹੌਲੀ ਹੌਲੀ ਪੂਰਨ ਬੁੱਧ ਪ੍ਰਾਪਤ ਕਰਕੇ ਪ੍ਰਗਟ ਵੀ ਹੋ ਜਾਣਗੇ। ਜਿਵੇਂ ਜਿਵੇਂ ਬੁੱਧ ਵੱਧਦੀ ਚਲੀ ਜਾਂਦੀ ਹੈ, ਬੁੱਧ ਵੱਲ ਵੱਧਦਾ, ਤਿਵੇਂ ਤਿਵੇਂ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਪ੍ਰਗਟ ਹੋਣ ਦਾ ਵੀ ਚਾਂਸ ਮਿਲ ਜਾਂਦਾ। ਤੇ ਜਦੋਂ ਪ੍ਰਗਟ ਹੋਊਗਾ ਫਿਰ ਇਹ ਭਗਤ ਕਹਾਊਗਾ। ਅਸਲ ਵਿੱਚ ਭਗਤ ਨੂੰ ਹੀ ਪਰਮੇਸ਼ਰ ਪ੍ਰਗਟ ਕਰਦਾ, ਦੂਜਿਆਂ ਨੂੰ ਨਹੀਂ ਕਰਦਾ। ਭਗਤ ਦੇ ਹਿਰਦੇ ਦੇ ਵਿੱਚੋਂ ਆਪ ਬੋਲਦਾ, ਦੂਜਿਆਂ ਦੇ ਅੰਦਰ ਵੀ ਉਹੀ ਬੋਲਦਾ, ਪਰ ਬੋਲਦਾ ਮਾਇਆ ਨੂੰ ਮੁੱਖ ਰੱਖ ਕੇ ਹੈ। ਭਗਤ ਦੇ ਅੰਦਰ ਆਪ ਬੋਲਦਾ, ਹੁਕਮ ਨੂੰ ਅੱਗੇ ਰੱਖ ਕੇ ਬੋਲਦਾ। ਭਗਤ ਭੈ ਮੁਕਤ ਹੁੰਦਾ ਤੇ ਸੱਚ ਬੋਲੂਗਾ। ਔਰ ਭਗਤ ਲੁਕ ਨਹੀਂ ਸਕਦਾ। ਜਿਹਦੇ ਕੋਲ ਨਿਰਾਕਾਰੀ ਸੱਚ ਹਿਰਦੇ 'ਚ ਆ ਗਿਆ ਮਨੁੱਖਾ ਤਨ ਦੇ ਅੰਦਰ, ਉਹ ਲੁਕ ਨਹੀਂ ਸਕਦਾ। ਗੁਰਬਾਣੀ 'ਚ ਬਚਨਾ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਹ ਹਰ ਕਾ ਭਗਤ ਹੈ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਏ। ਹੁਣ ਸੰਸਾਰ 'ਚ ਇਹ ਗੱਲ ਪ੍ਰਚਲਿਤ ਕੀਤੀ ਹੈ ਧਾਰਮਿਕ ਲੋਕਾਂ ਨੇ ਵੀ ਜਿਹੜਾ ਪਾ ਲੈਂਦਾ ਉਹ ਤਾਂ ਜੀ ਲੁਕੋ ਲੈਂਦਾ, ਉਹ ਤਾਂ ਛਪਾਉਂਦਾ ਆਪਣੇ ਆਪ ਨੂੰ, ਉਹ ਤਾਂ ਭੇਜ ਹੀ ਨਹੀਂ ਦਿੰਦਾ। ਕੁਛ ਬਚਨ ਲੈ ਲੈਣਗੇ ਗੁਰਬਾਣੀ ਦੇ, ਦੇਖੋ ਜੀ ਗੁਰਬਾਣੀ 'ਚ ਲਿਖਿਆ ਹੋਇਆ, ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੈ ਦੇਣ। ਉਹ ਉਹਨਾਂ ਤੇ ਤਰਕ ਕੀਤਾ ਪਾਤਸ਼ਾਹ ਨੇ ਵੀ ਤੁਸੀਂ ਕਹਿੰਦੇ ਹੋ ਵੀ ਅਸੀਂ ਖੁਦਾ ਦੇ ਬਹੁਤ ਨਜ਼ਦੀਕ ਆ, ਫਿਰ ਭੇਤ ਤਾਂ ਦੱਸਦੇ ਨਹੀਂ ਵੀ ਕਿਵੇਂ ਨਜ਼ਦੀਕ ਹੋਏ, ਇਹ ਤਾਂ ਦੱਸੋ। ਜੇ ਬੰਦੇ ਨੇ ਕੋਈ ਚੀਜ਼ ਪ੍ਰਾਪਤ ਕਰ ਲਈ, ਉਹ ਕਿਸੇ ਨੂੰ ਦੱਸਿਆ ਹੀ ਨਾ, ਫਿਰ ਕੀ ਫਾਇਦਾ। ਪਾਤਸ਼ਾਹੀਆਂ ਨੇ ਤਾਂ ਕੱਲੀ ਕੱਲੀ ਗੱਲ ਖੋਲ ਕੇ ਦੱਸਿਆ ਵੀ ਅਸੀਂ ਐਂ ਹੁਕਮ ਪ੍ਰਾਪਤ ਕੀਤਾ, ਐਂ ਹੁਕਮ ਨੂੰ ਬੁੱਝਿਆ, ਤੁਸੀਂ ਵੀ ਬੁੱਝੋ। ਉਹ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਅਸੀਂ ਨਜ਼ਦੀਕ ਆ ਖੁਦਾ ਦੇ, ਖੁਦਾ ਸਾਡੀ ਗੱਲ ਸੁਣਦਾ, ਸਾਡੀ ਗੱਲ ਮੰਨਦਾ, ਪਰ ਸਾਨੂੰ ਤਾਂ ਦੱਸੋ ਵੀ ਸਾਨੂੰ ਨਜ਼ਦੀਕ ਕਿਵੇਂ ਕਰੋਗੇ ਖੁਦਾ ਦੇ, ਕਿ ਜਾਂ ਅਸੀਂ ਤੁਹਾਡੇ ਨਜ਼ਦੀਕ ਹੋ ਗਏ ਫਿਰ ਖੁਦਾ ਦੇ ਨਜ਼ਦੀਕ ਹੋ ਗਏ। ਉਹ ਸਵਾਲ ਕੀਤੇ ਆ ਉਹਨਾਂ ਤੇ। ਔਰ ਅਸੀਂ ਉਹ ਸਵਾਲਾਂ ਨੂੰ ਜਵਾਬ ਮੰਨ ਕੇ ਬੈਠ ਗਏ ਕਿ ਦੇਖੋ ਜੀ ਗੁਰਬਾਣੀ 'ਚ ਲਿਖਿਆ ਆਇਆ, ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਵੀ ਜਿਹੜੇ ਖੁਦਾ ਦੇ ਨੇੜੇ ਹੁੰਦੇ ਉਹ ਭੇਤ ਨਹੀਂ ਕਿਸੇ ਨੂੰ ਦਿੰਦੇ। ਖੁਦਾ ਕਿਤੇ ਕੋਈ ਚੋਰ ਹੈ? ਖੁਦਾ 'ਚ ਕੋਈ ਕਮੀ ਹੈ? ਖੁਦਾ ਤਾਂ ਸ੍ਰੇਸ਼ਟ ਹੈ, ਉਹ ਤਾਂ ਪ੍ਰੇਮ ਦੀ ਮੂਰਤ ਹੈ, ਉਹ ਤਾਂ ਸਭ ਦਾ ਭਲਾ ਚਾਹੁੰਦਾ। ਨਾਲੇ ਖੁਦਾ ਸਾਡਾ ਆਪਣਾ ਮੂਲ ਹੈ। ਜਦੋਂ ਮਨ ਆਪਣੇ ਮੂਲ ਦੀ ਸ਼ਰਨ ਵਿੱਚ ਚਲਾ ਜਾਂਦਾ ਫਿਰ ਤਾਂ ਭੇਦ ਕੋਈ ਰਹਿੰਦਾ ਹੀ ਨਹੀਂ। ਉਹਦਾ ਸਾਰੀ ਗੰਠੜੀ ਖੋਲ ਕੇ ਰੱਖ ਦਿੰਦਾ ਮੂਹਰੇ। ਖੁੱਲ੍ਹਾ ਹੱਟ ਹੋਆ ਵਪਾਰ ਹੈ, ਫਿਰ ਤਾਂ ਹੱਟ ਖੁੱਲ੍ਹੀ ਹੁੰਦੀ ਹੈ, ਬੰਦ ਨਹੀਂ ਹੁੰਦੀ। ਉਹਦਾ ਚਾਹ ਚੜ੍ਹਦਾ ਜਿੰਨਾ ਗਾਹਕ ਆਉਂਦਾ।
ਪਰ ਸਾਡੀ ਜਿਹੜੀ ਵਿਚਾਰਧਾਰਾ ਸੰਸਾਰੀ ਧਾਰਮਿਕ ਲੋਕਾਂ ਦੀ ਉਹ ਗੁਰਬਾਣੀ ਨਾਲ ਨਹੀਂ ਮੇਲ ਖਾਂਦੀ। ਹਾਂ, ਇਹ ਗੱਲ ਠੀਕ ਹੈ ਕਿ ਹਰਕਾ ਭਗਤ ਹੈ ਜਿਹੜਾ ਉਹੀ ਪ੍ਰਗਟ ਹੁੰਦਾ, ਪਰ ਜਿਹੜੇ ਇਹ ਨੇ ਸੰਸਾਰੀ ਧਾਰਮਿਕ ਲੋਕ, ਇਹ ਹਰਕੇ ਨਹੀਂ। ਇਸੇ ਕਰਕੇ ਲੋਕੇ ਰਹਿੰਦੇ ਆ ਵੀ ਸਾਨੂੰ ਕੋਈ ਸਵਾਲ ਨਾ ਕਰ ਦੇਵੇ, ਵੀ ਜੇ ਕਿਸੇ ਨੇ ਐਵੇਂ ਸਵਾਲ ਕੀਤਾ ਉਹਦਾ ਜਵਾਬ ਕਿੱਥੋਂ ਦੇਵਾਂਗੇ, ਫਿਰ ਬਦਨਾਮੀ ਹੋਊਗੀ। ਉਹ ਸਵਾਲ ਵਾਲੀ ਨੌਬਤ ਹੀ ਨਹੀਂ ਆਉਣ ਦਿੰਦੇ। ਉਹ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾਉਂਦੇ ਆ ਲੋਕਾਂ ਦੇ ਮਨ ਭਾਉਂਦੀਆਂ, ਲੋਕਾਂ ਨੂੰ ਚੰਗੀਆਂ ਲੱਗਦੀਆਂ ਨੇ, ਉਹਨਾਂ ਦੇ ਸਵਾਲ ਪੈਦਾ ਹੀ ਨਹੀਂ ਹੁੰਦਾ ਮਨ 'ਚੋਂ। ਉਹ ਇੱਛਾ ਪੂਰਤੀ ਦੇ ਲਈ ਅਰਦਾਸਾਂ ਬੇਨਤੀਆਂ ਕਰਾ ਕੇ ਆਪਣਾ ਤੋਰ ਦਿੰਦੇ ਵੀ ਜਾਓ ਜੀ, ਤੁਹਾਡੀ ਇੱਛਾ ਅਰਦਾਸ ਹੋ ਗਈ, ਪੂਰੀ ਹੋ ਜੂਗੀ, ਚਲੋ ਸਿਸਟਮ ਖਤਮ। ਪਰ ਜਿਹੜਾ ਹਰਕਾ ਭਗਤ ਹੈ ਉਹਨੂੰ ਤਾਂ ਹੀ ਪਰਮੇਸ਼ਰ ਪ੍ਰਗਟ ਕਰਦਾ ਕਿਉਂਕਿ ਉਹ ਹਰ ਕਾ ਹੋ ਜਾਂਦਾ, ਉਹ ਕਿਸੇ ਦਾ ਬਣ ਜਾਂਦਾ। ਉਹਨੂੰ ਕਹਿੰਦਾ ਵੀ ਹੁਣ ਤੂੰ ਬੋਲ। ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕੀਜੈ, ਲੱਖਾਂ ਹੀ ਸਵਾਲ ਤੇਰੇ ਵੱਲ ਕਰਨ, ਤੂੰ ਜਵਾਬ ਦੇ। ਜਿਸ ਮਰਜੀ ਪੱਖ ਤੋਂ ਕੋਈ ਸਵਾਲ ਕਰੇ ਭਗਤ ਨੂੰ ਆ ਕੇ, ਭਗਤ ਜਵਾਬ ਦਿੰਦਾ, ਭੈ ਨਹੀਂ ਰੱਖਦਾ। ਸੋ ਪਾਤਸ਼ਾਹ ਕਹਿੰਦੇ ਗਾਵਨ ਰਤਨ ਉਪਾਏ ਤੇਰੇ, ਇਹ ਵੀ ਤੇਰੇ ਹੀ ਨੇ। ਜਿਹੜੇ 'ਚ ਥੋੜੀ ਸੋਝੀ ਰੱਖ ਕੇ ਗਾ ਰਹੇ ਨੇ, ਭਾਵੇਂ ਮਾਇਆ ਨੂੰ ਦੇਖ ਕੇ ਹੀ ਗਾਈ ਜਾਂਦੇ ਨੇ, ਪਰ ਉਹ ਗਾਉਣ ਦਾ ਚਾਅ ਤਾਂ ਉਹਨਾਂ ਦੇ ਅੰਦਰ ਵੀ ਹੈ। ਪਰ ਜੇ ਉਹ ਅਸਲੀ ਚਾਅ ਪੈਦਾ ਕਰ ਲੈਣ ਤਾਂ ਬਖਸ਼ਿਸ਼ ਹੋ ਸਕਦੀ ਹੈ, ਨਹੀਂ ਤਾਂ ਫਿਰ ਐਂ ਜੀਵਨ ਬਤੀਤ ਕਰਕੇ ਚਲੇ ਜਾਣਗੇ। ਉਹ ਕਹਿਣਗੇ ਤਾਂ ਇਹੀ ਜਾ ਕੇ ਵੀ ਅਸੀਂ ਵੀ ਤਾਂ ਤੈਨੂੰ ਗਾਉਂਦੇ ਸੀ। ਫਿਰ ਉੱਥੇ ਜਵਾਬ ਦਿੱਤਾ ਜਾਊਗਾ ਪਰਮੇਸ਼ਰ ਵੱਲੋਂ ਵੀ ਭਾਈ ਤੁਸੀਂ ਮੈਨੂੰ ਨਹੀਂ ਗਾਇਆ, ਤੁਸੀਂ ਮੇਰੀ ਕੁਦਰਤ ਨੂੰ ਗਾਇਆ। ਦੂਈ ਕੁਦਰਤ ਸਾਜੀ ਹੈ, ਦੂਜੀ ਤਾਂ ਫਿਰ ਮਾਇਆ ਇੱਕ ਮੈਂ। ਫਿਰ ਤੁਸੀਂ ਮਾਇਆ ਨੂੰ ਵੇਖ ਕੇ ਗਾਉਂਦੇ ਰਹੇ ਹੋ, ਮੈਨੂੰ ਨਹੀਂ ਵੇਖਿਆ। ਜੇ ਮੈਨੂੰ ਵੇਖ ਕੇ ਗਾਉਂਦੇ ਫਿਰ ਤੁਸੀਂ ਇਹ ਸਵਾਲ ਨਹੀਂ ਸੀ ਕਰਦੇ, ਕਿਉਂਕਿ ਤੁਸੀਂ ਮੈਨੂੰ ਗਾਉਂਦੇ ਤਾਂ ਮੇਰੇ ਵਰਗੇ ਹੀ ਬਣ ਜਾਣਾ ਸੀ। ਤੇ ਤੁਹਾਡੇ ਤਾਂ ਮੇਰੇ 'ਚ ਕੋਈ ਫਰਕ ਹੀ ਨਹੀਂ ਸੀ ਰਹਿਣਾ, ਤਾਂ ਸੇਮ ਟੂ ਸੇਮ ਇੱਕੋ ਜਿਹੀ ਹੋ ਜਾਣੀ ਸੀ। ਫਿਰ ਸਵਾਲ ਨਹੀਂ ਸੀ ਪੈਦਾ ਹੋਣਾ। ਇਹ ਸਵਾਲ ਉਦੋਂ ਪੈਦਾ ਕਰਨਾ ਸੀ ਜਦੋਂ ਮਨੁੱਖਾ ਤਨ ਸੀ ਕਿ ਕਿਹਨੂੰ ਗਾਉਣਾ ਹੈ। ਜੈਸਾ ਸੇਵੇ ਤੈਸਾ ਹੋਇਆ, ਮਾਇਆ ਦੀ ਸੇਵਾ ਕੀਤੀ ਉਹੋ ਜਿਹੇ ਬਣ ਗਏ। ਨਿਰਾਕਾਰ ਦੀ ਪੂਜਾ ਕਰਦੇ ਨਿਰਾਕਾਰ ਬਣ ਜਾਂਦੇ, ਸਾਕਾਰ ਦੀ ਪੂਜਾ ਕੀਤੀ ਸਾਕਾਰ ਬਣ ਗਏ। ਸਾਕਾਰ ਦ੍ਰਿਸ਼ਟਮਾਨ ਹੈ, ਦ੍ਰਿਸ਼ਟਮਾਨ ਮਾਇਆ। ਨਿਰਾਕਾਰ ਦ੍ਰਿਸ਼ਟੀ 'ਚ ਨਹੀਂ ਆਉਂਦਾ, ਉਹ ਸੱਚ ਹੈ। ਸੱਚ ਦੇ ਕਿਸੇ ਦਾ ਕਬਜ਼ਾ ਨਹੀਂ ਹੋ ਸਕਦਾ। ਸੋ 68 ਤੀਰਥ ਨਾਲੇ, 68 ਤੀਰਥਾਂ ਤੇ ਜਾਣ ਵਾਲੇ ਵੀ ਪਾਤਸ਼ਾਹ ਕਹਿੰਦੇ ਤੈਨੂੰ ਗਾਉਂਦੇ, ਪਰ ਤੈਨੂੰ ਨਾਲ ਨਹੀਂ ਮੰਨਦੇ, ਸਗੋਂ ਤੀਰਥ ਦੀ ਅਹਿਮੀਅਤ ਜ਼ਿਆਦਾ ਮੰਨਦੇ ਆ। ਦੇਖੋ ਸਾਡੇ ਤੇ ਵੀ ਗੱਲ ਟੁਕਦੀ ਹੈ। 68 ਤੀਰਥ ਨਾਲੇ, ਅਸੀਂ ਵੀ ਅੱਜ ਸਿੱਖ ਮੱਤ ਵਾਲੇ ਵੀ ਜਿੱਥੇ ਵੀ ਗੁਰਦੁਆਰੇ 'ਚ ਜਾਂਦੇ ਹਾਂ, ਅਸੀਂ ਉਸ ਗੁਰਦੁਆਰੇ ਦੀ ਸ਼ੋਭਾ ਕਰਦੇ ਹਾਂ। ਗੁਰਦੁਆਰੇ ਦੀ ਜਿਹੜੀ ਬਿਲਡਿੰਗ ਬਣੀ ਹੋਈ ਹੈ ਉਹਨੂੰ ਵੇਖ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ। ਇੱਥੇ ਸੋਨਾ ਲੱਗਿਆ, ਇੱਥੇ ਹੀਰੇ ਲੱਗੇ, ਇੱਥੇ ਕਢਾਈ ਬਹੁਤ ਸੋਹਣੀ ਹੈ, ਪੱਥਰ ਬੜਾ ਵਧੀਆ, ਬੇਲ ਬੂਟੇ ਬਹੁਤ ਵਧੀਆ। ਅਸੀਂ ਸਾਰੀ ਵਡਿਆਈ ਹੀ ਉਸ ਚੀਜ਼ ਦੀ ਕਰ ਦਿੰਦੇ ਹਾਂ। ਤਾਂ ਪਾਤਸ਼ਾਹ ਨੇ ਲਿਖਿਆ, ਉਸ ਵੇਲੇ ਉਹ ਮੰਦਰਾਂ ਦੀ ਵਡਿਆਈ ਕਰਦੇ ਸੀ, ਮਸੀਤਾਂ ਦੀ ਵਡਿਆਈ ਕਰਦੇ ਸੀ। ਅੱਜ ਸਾਡੇ ਕੋਲ ਵੀ ਹੈ, ਅਸੀਂ ਵੀ ਉਸੇ ਕਿਰਿਆ 'ਚ ਲੱਗੇ ਹੋਏ ਹਾਂ। ਤੀਰਥ ਦੀ ਅਹਿਮੀਅਤ ਜ਼ਿਆਦਾ ਹੈ ਜਿਹੜਾ ਬਾਹਰੀ ਹੈ, ਜਦ ਕਿ ਸਾਡੇ ਕੋਲ ਦਾ ਤੀਰਥ ਹੀ ਅਸਲੀ ਸੀ, ਨਿਰਾਕਾਰੀ ਸੀ। ਅਸੀਂ ਉਸ ਤੀਰਥ ਨੂੰ ਛੱਡ ਕੇ ਜਦੋਂ ਬਾਹਰ ਮਾਇਆ 'ਚ ਜੁੜੇ ਤੇ ਸਾਡੇ ਕੋਲ ਤਾਂ ਵੀ ਹੀਰਾ ਗਿਆ ਨਾ। ਤਾਂ ਹੀ ਸਾਡੇ ਕੋਲ ਸਵਾਲਾਂ ਦੇ ਜਵਾਬ ਨਹੀਂ ਹੈ, ਨਾ ਸਾਡੇ ਕੋਲ ਸਵਾਲ ਨੇ। ਜਿਹੜੇ ਬੰਦੇ ਨੂੰ 24 ਘੰਟੇ ਖਾਣ ਨੂੰ ਕੁਛ ਨਾ ਕੁਛ ਮਿਲੀ ਚੱਲੇ, ਉਹਨੂੰ ਭੁੱਖ ਥੋੜ੍ਹਾ ਲੱਗੂਗੀ, ਉਹ ਤਾਂ ਖਾਈ ਜਾ ਰਿਹਾ। ਹੁਣ ਜਿਹੜੇ ਬੰਦੇ ਨੇ 24 ਘੰਟੇ ਮਾਇਆ ਦਾ ਹੀ ਗਿਆਨ ਲਈ ਜਾਣਾ, ਮਾਇਆ ਬਾਰੇ ਸੁਣੀ ਜਾਣਾ, ਉਹਨੂੰ ਸੱਚ ਦੀ ਜਾਣਕਾਰੀ ਕਿੱਥੋਂ ਆਊਗੀ? ਉਹਨੇ ਕਹਿਣਾ ਵੀ ਇਹੀ ਸੱਚ ਹੈ। ਸੋ ਤੀਰਥ ਦੀ ਅਹਿਮੀਅਤ ਜ਼ਿਆਦਾ ਹੈ। ਇਹ ਕਮੀ ਹੈ ਉਹਨਾਂ ਵਿੱਚ, ਇਹ ਹੁੰਦੀ ਉਹ ਰਹਿੰਦੀ ਹੈ ਕਿਉਂਕਿ ਪੂਰੀ ਬੁੱਧ ਨਹੀਂ ਹੁੰਦੀ, ਸਹੀ ਗਾਇਆ ਨਹੀਂ ਗਿਆ। ਉਹ ਇਹ ਨਹੀਂ ਜਾਣਦੇ
कि जद गुरबाणी च लिखिया होया कि तीर्थ वड्डा कि हर का दास, साडे तीर्थ नूं वड्डा मनदे आ, हर का दास नूं छोटा मनदे आ। सचखंड वाले कहंदे तीर्थ वड्डा है कि हर का दास। सवाल खड़ा करता पास, दसो किहड़ा वड्डा है? कोई जवाब नहीं किसी को आया। सो एक कमी आ जाती है। बुद्धवाल पातशाह कहते पूरा नहीं होंदा, गाई वो भी जाते हैं। वो ये नहीं देखते कि तीर्थां ते रहन वाले तो आप माया नाल ग्रसे होए आ। जे तीर्थ वड्डा है, तीर्थ पवित्र है, तो फिर इन्हां ते असर क्यों नहीं करता? इन्हां दे अंदर डर क्यों नहीं पैदा होता? गुरबाणी जो फरमान है पातशाह का लिखिया है। सवाल किया गुरबाणी ने कि तीर्थ वड्डा के हर का दास, नहावन को तीर्थ घने मन बौरा रे, पूजन को बहु देव, कह कबीर छूट नहीं, मन बौरा रे छूटा हर की सेव। ਇਹਦਾ जवाब दौण अज ये साडी गुरबाणी च लिखिया होया। हे मेरे मना, ये तू हुण आप ਇਹਦਾ जवाब दे, क्योंकि तेरे ते लागू हुंदी है गुरबाणी। तू दस भी तीर्थ वड्डा का हर का दास वड्डा है। पातशाह कहते नहावन को तीर्थ घने, कहते नहाउण वास्ते तीर्थ बहुत बने, सिर्फ नहाउण वास्ते ही ने। मन बौरा रे, हे मेरे बौरे मना मूर्ख बना, ये जिहड़े तीर्थ सी नहाउण वास्ते बनाए सी। पूजन को बहु देव, इन्हां ने की कर लिया, वो तीर्थां दे उपर पूजन वास्ते देवते बना ले, देवियां दी मूर्तियां रख लिया, देव दी मूर्त रख ली, बना के वो शुरू कर लिया। पर कबीर साहब जी कहते कह कबीर छूटन नहीं मन वारा रे, हे मेरे मना इस तरीके दे नाल तू नहीं छुट सकदा। फिर छुट्टिया किवें जाऊ? छूटन हर की सेव, हर दी सेवा ना छुट्टिया जा सकदा। हर है साडा अपना मूल, ओदी सेवा की है? शब्द विचार ओदे अनुसार चलना। गुरबाणी सेवा है। गुरबाणी च सेवा बारे लिखिया कि तुसी अपने हर दी सेवा किवें करनी है। हर की तुम सेवा करो जी, दूजी सेवा ना करो कोई जी। दूजी कोई सेवा हुंदी हो नहीं, सेवा ही हर दी हुंदी है। हर चेतन है, चेतन नहीं उहदी सेवा करनी है। मन भी चेतन दा, मन दा मूल भी चेतन है। ਜਦੋਂ ਮਨ ਨੇ ਸ਼ਬਦ ਵਿਚਾਰ ਕਰਨ ਲੱਗ ਗਿਆ ਤਾਂ ਮਨ ਉਹਦਾ ਹੀ ਸਰੂਪ ਧਾਰਨ ਕਰ ਜਾਂਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ, ਆਏ ਹੁੰਦਾ ਹੈ ਇੱਕ। ਇਹ ਜੀਵ ਇੱਕ ਹੋਣ ਦੀ ਗੱਲ ਹੈ। ਜਿਵੇਂ ਪਾਣੀ 'ਚ ਪਾਣੀ ਰਲਾ ਦੋ ਉਹੋ ਜਿਹਾ ਹੋ ਜਾਂਦਾ। ਨਾਨਕ ਜੀ ਕਹਿੰਦੇ ਗੋਬਿੰਦ ਜਿਹੜਾ ਸਾਡਾ ਮੂਲ ਹੈ, ਬੁੱਧੀ ਉਹਦੇ ਨਾਲ ਇੱਕਮਿਕ ਹੋ ਜਾਂਦੀ, ਉਹ ਲੀਨ ਹੋ ਜਾਂਦੀ, ਉਹ ਉਹਦਾ ਹੀ ਸਰੂਪ ਧਾਰਨ ਕਰ ਜਾਂਦੀ। ਫਿਰ ਦੋ ਰਹਿ ਹੀ ਨਹੀਂ ਜਾਂਦੇ, ਇੱਕ ਰਹਿ ਜਾਂਦਾ। ਇੱਕ ਹੋ ਕੇ ਸੱਚਖੰਡ ਜਾ ਸਕਦਾ, ਉਦੋਂ ਬਿਨਾਂ ਜਾ ਨਹੀਂ ਸਕਦਾ। ਸੋ ਹਰ ਕੀ ਸੇਵਾ ਤੋਂ ਬਿਨਾਂ ਨਹੀਂ ਛੁੱਟਿਆ ਜਾ ਸਕਦਾ। ਸੋ ਵੱਡੀ ਗੱਲ ਪਾਤਸ਼ਾਹ ਕਹਿੰਦੇ 68 ਤੀਰਥ ਨਾਲੇ, ਕਿ ਉਹ ਤਾਂ ਜਿਹੜਾ ਅਸਲੀ ਤੀਰਥ ਹੈ ਉਹ ਤਾਂ ਸਾਡੇ ਨਾਲ ਹੈ। ਉਹ ਕੀ ਹੈ? 8 ਗੁਣਾਂ ਦੀ 60 ਪੈ ਜਾਣੀ। ਪਾਤਸ਼ਾਹ ਨੇ ਤਾਂ ਲਿਖਿਆ ਸੀ ਗਾਵਨ ਰਤਨ ਉਪਾਏ, ਕਿ ਜਿਹੜੇ ਤੁਸੀਂ ਗਾ ਰਹੇ ਹੋ ਮਾਇਆ ਨੂੰ ਵੇਖ ਕੇ, ਚਾਹੇ ਕੋਈ ਵੀ ਹੈ, ਉਹ ਰਤਨ ਨੇ। ਉਹਨਾਂ ਦਾ ਮੁੱਲ ਇੱਥੇ ਸੰਸਾਰ 'ਚ ਹੀ ਪਊਗਾ। ਉਹਨਾਂ ਨੇ ਜਿਹੜਾ ਕੁਝ ਵੀ ਆਪਣੇ ਅੰਦਰੋਂ ਪੈਦਾ ਕੀਤਾ, ਉਹ ਪਾਇਆ, ਸੋਝੀ ਬਖਸ਼ੀ ਹੈ, ਉਹ ਮਾਇਆ ਦੀ ਉਹ ਬਖਸ਼ੀ ਹੈ। ਪਰ ਜਿਹੜੇ ਤੇਰੇ ਨੇ, ਜਿਹੜੇ ਹੁਕਮੀ ਨੇ, ਉਹ ਕੀ ਨੇ? ਉਹ 8 60, ਉਹਨਾਂ ਦੇ ਕੋਲ 8 ਗੁਣਾਂ ਦੀ ਸਾਂਝ ਹੁੰਦੀ ਹੈ, 60 ਪਈ ਹੁੰਦੀ ਹੈ। ਉਹ ਤੀਰਥ ਨਾਲੇ, ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਹਰ ਵੇਲੇ ਹੁਕਮ ਵਿੱਚ ਰਹਿੰਦੀ ਹੈ, ਹੁਕਮ ਨੂੰ ਨਾਲ ਲੈ ਕੇ ਚੱਲਦੀ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ।
ਉਹ ਭਾਣੇ ਤੋਂ ਬਾਹਰ ਨਹੀਂ ਜਾਂਦੇ। ਇਸੇ ਪ੍ਰਥਾਏ ਗੁਰਬਾਣੀ 'ਚ ਹੋਰ ਵੀ ਬੇਅੰਤ ਵਚਨ ਨੇ ਸਾਨੂੰ ਸੋਝੀ ਦੇਣ ਵਾਸਤੇ। ਜਿਵੇਂ ਪਾਤਸ਼ਾਹ ਕਹਿੰਦੇ ਆ, ਵੇਦ ਪੁਰਾਨ ਦੇਖੇ ਸਭ ਜੋਏ, ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਹੁਣ ਬੜੀ ਵੱਡੀ ਗੱਲਾਂ ਨੇ ਗੁਰਬਾਣੀ ਦੇ ਅੰਦਰ ਲਿਖੀਆਂ ਵਾ ਨਾ, ਪਰ ਤੂੰ ਤਾਂ ਸਮਝ ਹੀ ਨਹੀਂ ਸਕਿਆ ਕੁਛ। ਰਾਮਾਨੰਦ ਜੀ ਪਾਤਸ਼ਾਹ ਕਹਿੰਦੇ, ਵੇਦ ਪੁਰਾਨ ਦੇਖੇ ਸਭ ਜੋਏ। ਕਹਿੰਦੇ ਮੈਂ ਵੇਦ ਵੀ ਪੁਰਾਣ ਵੀ, ਜਿਹੜੇ ਕਿਸੇ ਮਤ ਨਾਲ ਸੰਬੰਧਿਤ ਗ੍ਰੰਥ ਨੇ, ਕਹਿੰਦੇ ਮੈਂ ਦੋਨਾਂ ਨੂੰ ਪੂਰਾ ਜੋਏ, ਘੋਖ ਕੇ ਦੇਖਿਆ। ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ, ਵੇਦ ਪੁਰਾਨ ਸਿਮਰਤ ਸੁਧੇ ਆਖਰ, ਕਿ ਵੀ ਉਹਨਾਂ ਨੂੰ ਮੈਂ ਸ਼ੁੱਧ ਕੀਤਾ, ਉਹਨਾਂ 'ਚ ਜਿਹੜੀ ਕਮੀ ਸੀ ਕੱਢੀ। ਇਹਨਾਂ ਨੂੰ ਜੋਇਆ, ਪੂਰਾ ਖੋਜਿਆ। ਢੰਡੋਲ ਕੇ ਵੇਖੀ ਹੈ ਚੀਜ਼, ਐਵੇਂ ਪੜ੍ਹ ਕੇ ਨਹੀਂ, ਖੋਜੀ ਹੈ ਉਹਨੂੰ ਪੂਰਾ। ਕਹਿੰਦੇ ਊਹਾਂ ਤਉ ਜਾਈਏ ਜੋ ਈਹਾਂ ਨਾ ਹੋਏ। ਕਹਿੰਦੇ ਹੁਣ ਉੱਥੇ ਤਾਂ ਕਿਸੇ ਕੋਲ ਤਾਂ ਜਾਈਏ ਜੇ ਆਪਣੇ ਹਿਰਦੇ 'ਚ ਹੀ ਨਾ ਹੋਵੇ। ਆਤਮ ਗਿਆਨ ਤੋਂ ਬਿਨਾਂ ਪ੍ਰਾਪਤੀ ਨਹੀਂ, ਪਾਤਸ਼ਾਹ ਕਹਿੰਦੇ। ਤਾਂ ਹੀ ਗੁਰਬਾਣੀ ਅੰਦਰ ਬਚਨ ਹੈ, ਆਤਮ ਦਿਓ ਪੂਜੀਐ ਗੁਰ ਕੈ ਸਹਿਜ ਸੁਭਾਏ। ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ, ਤਾਂ ਘਰ ਹੀ ਪਰਚਾ ਪਾਏ। ਪਰ ਹੁਣ ਇੱਧਰ ਨੂੰ ਸੁਰਤ ਜਾ ਨਹੀਂ ਰਹੀ, ਜਦ ਕਿ ਜਾਣੀ ਇੱਧਰ ਨੂੰ ਚਾਹੀਦੀ ਹੈ। ਪਾਤਸ਼ਾਹ ਕਹਿੰਦੇ ਬਾਹਰ ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਹਾਂ, ਉਂਝ ਸੰਸਾਰ 'ਚ ਬਾਕੀ ਥਾਵਾਂ ਤੇ ਦੇਖਣ ਲਈ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਉਹਨੂੰ ਤੀਰਥ ਮੰਨ ਕੇ ਨਾ ਜਾਓ। ਉਹ ਕੋਈ ਦੇਖ ਕੇ ਉਹਨਾਂ ਸੰਸਾਰ ਆ ਰਚਨਾ ਰਚੀ ਹੋਈ ਆ, ਘੁੰਮ ਫਿਰੇ ਆਓ। ਕਿਉਂਕਿ ਅਸੀਂ ਨਹੀਂ ਜਾ ਸਕਦੇ ਗੁਰਬਾਣੀ ਨੂੰ ਮੰਨਣ ਵਾਲੇ, ਕਿਉਂਕਿ ਗੁਰਬਾਣੀ ਨੇ ਤਾਂ ਫੈਸਲੇ ਦਿੱਤੇ ਹੋਏ ਵੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਵੀ ਜੇ ਤੁਹਾਡੇ ਅੰਦਰ ਜ਼ਿਆਦਾ ਹੀ ਚਾਅ ਹੈ ਤੀਰਥ ਤੇ ਨਹਾਉਣ ਦਾ, ਤਾਂ ਆਪਣੇ ਹਿਰਦੇ 'ਚ ਚਲੇ ਜਾਓ, ਉੱਥੇ ਨਾਮ ਪਿਆ, ਉਹ 'ਚ ਇਸ਼ਨਾਨ ਕਰੋ। ਤਨ ਧੋਤੇ ਮਨ ਹੱਛਾ ਨਾ ਹੋਏ। ਜੇ ਬਾਹਰ ਕਿਤੇ ਜਾਓਗੇ ਉੱਥੇ ਤਨ ਹੀ ਧੋ ਸਕਦੇ ਹੋ, ਉਹਦੇ ਧੋਣ ਨਾਲ ਤੁਹਾਡਾ ਮਨ ਹੱਛਾ ਨਹੀਂ ਹੋ ਸਕਦਾ, ਭਾਵੇਂ ਜਿੰਨੀ ਸ਼ਰਧਾ ਮਰਜ਼ੀ ਹੋਵੇ। ਗੁਰਬਾਣੀ ਨੂੰ ਰੱਦ ਨਹੀਂ ਕਰ ਸਕਦਾ ਕੋਈ। ਅਸੀਂ ਜਾ ਸਕਦੇ ਆ ਬਾਹਰ ਘੁੰਮਣ ਫਿਰਨ ਵਾਸਤੇ, ਬਥੇਰੀ ਦੁਨੀਆ, ਜਿੱਥੇ ਵੀ ਮਰਜ਼ੀ ਜਾਈਏ। ਜਾਂ ਫਿਰ ਕੋਈ ਹਰਕਾ ਸੰਤ ਹੋਵੇ, ਉਸ ਨਾਲ ਵਿਚਾਰ ਕਰਨ ਲਈ ਜਾ ਸਕਦੇ। ਪਰ ਮਨਾ ਇੱਕ ਗੱਲ ਵਿਚਾਰ ਕੇ ਰੱਖੀ ਕਿ ਬਾਹਰੀ ਤੌਰ ਤੇ ਕਿਸੇ ਵੀ ਤੀਰਥ ਨਾਲ ਨਾ ਜੁੜ ਜੀ। ਗੁਰਬਾਣੀ ਮਨਾ ਕਰਦੀ ਹੈ, ਜੇ ਤੂੰ ਬਾਹਰੀ ਤੌਰ ਤੇ ਕਿਸੇ ਤੀਰਥ ਨਾਲ ਜੁੜ ਗਿਆ ਤਾਂ ਸਮਝ ਲਈ ਤੇਰਾ ਜੀਵਨ ਬੇਅਰਥ। ਗੁਰਬਾਣੀ ਫਰਮਾਨ ਹੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਜੇ ਤੇਰੇ ਅੰਦਰ ਇਹ ਗੱਲ ਬਸ ਗਈ, ਸਿਮਰੈ, ਇਹ ਤੂੰ ਆਪਣੇ ਘਰ 'ਚ ਵਸਾ ਲੈ, ਧਿਆਨ ਉਸ ਚੀਜ਼ ਦਾ ਧਰਨ ਲੱਗ ਗਿਆ, ਤਾਂ ਉਸੇ ਚਿੰਤਾ, ਕਿਉਂਕਿ ਚਿੰਤਾ ਰਹਿਣੀ ਹੈ, ਚਿੰਤਾ ਤੋਂ ਨਿਵਰਤ ਨਹੀਂ ਕਰਨੀ। ਚਿੰਤਾ ਨੂੰ ਤਾਂ ਨਿਵਰਤ ਇੱਕ ਨਾਮ ਕਰਦਾ, ਹੁਕਮ ਕਰਦਾ, ਹੋਰ ਕੋਈ ਚੀਜ਼ ਚਿੰਤਾ ਦੀ ਨਿਵਰਤੀ ਨਹੀਂ ਕਰ ਸਕਦੀ। ਸਰਬ ਰੋਗ ਕਾ ਔਖਦ ਨਾਮ, ਹੁਕਮ ਹੀ ਸਾਡੀ ਚਿੰਤਾ ਨੂੰ ਮਿਟਾ ਸਕਦਾ, ਹੋਰ ਕੋਈ ਨਹੀਂ ਮਿਟਾ ਸਕਦਾ। ਪਾਤਸ਼ਾਹ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਬਲ ਬਲ ਅਵਤਾਰੈ। ਫਿਰ ਪ੍ਰੇਤ ਹੋ ਜਾਏਗਾ, ਸੱਚ ਤੋਂ ਪਰੇ ਰਹੇਗਾ। ਪ੍ਰੇਤ ਉਹਨੂੰ ਕਹਿੰਦੇ ਆ ਜਿਹਦੇ ਕੋਲ ਸੱਚ ਦੀ ਜਾਣਕਾਰੀ ਨਹੀਂ ਹੈ। ਮਾਇਆ ਮੋਹ ਪ੍ਰੇਤ ਹੈ, ਮਾਇਆ ਨਾ ਮੋਹ ਹੈ, ਇਹ ਪ੍ਰੇਤ ਹੀ ਹੈ। ਸੱਚ ਤੋਂ ਪਰੇ ਹੋ ਜਾਣਾ ਪ੍ਰੇਤ ਹੈ, ਸੱਚ ਨਾਲ ਜੁੜ ਜਾਣਾ ਜੀਵਨ ਸਫਲ ਹੈ। ਸੋ ਪਾਤਸ਼ਾਹ ਕਹਿੰਦੇ ਗਾਵਨ ਰਤਨ ਉਪਾਏ, ਗਾ ਰਹੇ ਨੇ ਜਿਨ੍ਹਾਂ ਕੋਲ ਥੋੜਾ ਗਿਆਨ, ਉਹ ਵੀ ਗਾ ਰਹੇ ਨੇ। ਤੇਰੇ ਨੇ ਜਿਹੜੇ, ਤੇਰੇ ਬਾਰੇ ਜਿਹੜਾ ਗਾ ਰਹੇ ਨੇ, ਜਿਨ੍ਹਾਂ ਨੇ ਆਪਣਾ ਕਾਰਜ ਸਵਾਰ ਕੇ ਤੇਰੇ ਹੁਕਮ ਅਨੁਸਾਰ ਚੱਲ ਰਹੇ ਨੇ, ਉਹ ਕੌਣ ਨੇ? ਉਹ 8-60 ਨੇ। ਉਹਨਾਂ ਦੀ 8 ਗੁਣਾਂ ਨਾਲ ਸਾਂਝ ਹੈ। ਉਹ ਤੀਰਥ, ਉਹਨਾਂ ਦੀ ਜਿਹੜੀ ਬੁੱਧੀ ਹੈ, ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਉਹ ਨਾਲੇ, ਉਹ ਤੇਰੇ ਹੁਕਮ ਨੂੰ ਨਾਲ ਲੈ ਕੇ ਚੱਲਦੇ ਆ, ਤੇਰੇ ਹੁਕਮ ਦੇ ਮਗਰ ਮਗਰ ਚੱਲਦੇ ਆ। ਜਿਵੇਂ ਤੂੰ ਚਲਾ ਰਿਹਾ ਉਵੇਂ ਚੱਲਦੇ, ਜਿਉਂ ਤੂੰ ਚਲਾਵੇ
ਤੇ ਮੈਂ ਚਲੇ ਸੁਆਮੀ। ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।